ਲੋ ਜੀ ਅਸੀਂ ਗੈਰਥ ਹੋਰਨ ਵਿੱਚ ਵੜ ਚੁੱਕੇ ਹਾਂ। ਹਾਂਜੀ 2:30 ਪੂਰਾ 15 ਤੇ ਪਹੁੰਚਣਾ ਤੇਰੇ ਕੋਲ। ਪੂਰਾ 3 ਵਜੇ ਪਹੁੰਚਣਾ ਤੇਰੇ ਕੋਲ। 3 ਤੇ ਜਦੋਂ 2 ਮਿੰਟ ਚਲੋ ਆ ਜਾਓ ਫਿਰ ਮੈਂ ਇੱਥੇ ਖੜਾ ਤੁਹਾਡੀ ਗੱਡੀ ਦੀ ਆਂਦੇ ਦੀ ਵੀਡੀਓ ਬਣਾਵਾਂ। ਇਹ ਹੁਣ ਹਿਸਾਬ ਲਾ ਲਾ ਕਿ 2 ਕਿਲੋਮੀਟਰ ਰਹਿ ਗਿਆ ਸਾਰਾ। ਗੱਡੀ ਜਦੋਂ ਪਾਰਕਿੰਗ ਤੇ ਆਵੇ ਨਾ ਆ ਵਧੀਆ ਕਰਕੇ ਬਣਾਈ। ਉਹ ਜੀ ਜਿਹੜੀ ਇੱਥੇ ਘਰਾਂ ਦੀ ਮੈਨੂੰ ਖਾਸ ਚੀਜ਼ ਲੱਗੀ ਏ ਉਹ ਹੈ ਵੇ ਕਿ ਛੱਤਾਂ ਬਹੁਤ ਪਿਆਰੀਆਂ ਨੇ। ਇਹ ਦੇਖੋ ਤੁਸੀਂ ਕਿੰਨੀ ਵਧੀਆ ਛੱਤਾਂ ਨੇ। ਹੁਣ ਇਹ ਨਹੀਂ ਪਤਾ ਇਹਨੇ ਬਣਾਈਆਂ ਕਿਉਂ ਨੇ। ਮੇਰੇ ਹਿਸਾਬ ਨਾਲ ਕਿ ਏਰੀਆ ਗਰਮ ਰਵੇ ਤੇ ਅਸੀਂ ਇੱਥੇ ਆ ਚੁੱਕੇ ਹਾਂ। ਲੋ ਜੀ ਪਹਿਲਾਂ ਤਾਂ ਅਸੀਂ ਮੁੜ ਚੁੱਕੇ ਸੀ, ਮੁੜ ਚੱਲੇ ਸੀ। ਗਾਇਥ ਹੋਰਨ ਜਿਹੜਾ ਪਿੰਡ ਹੈ ਇਹਦੇ ਸਾਰੇ ਪਾਸੇ ਦਾ ਲੋਕਡਾਊਨ ਲੱਗਾ ਸੀ। ਫਿਰ ਅਸੀਂ ਸੋਚਿਆ ਕਿਉਂ ਨਾ ਚਲੋ ਦੇਖ ਸਕਦੇ ਹੋ ਤੁਸੀਂ ਜਿਹੜਾ ਪਿੰਡ ਦਾ ਵਿਊ ਹੈ, ਜਿਹੜਾ ਕਿ ਬਹੁਤ ਹੀ ਖੂਬਸੂਰਤ ਵਿਊ, ਬਹੁਤ ਹੀ ਜ਼ਿਆਦਾ ਇੱਥੇ ਵਧੀਆ। ਇੱਥੇ ਜ਼ਰੂਰ ਆਇਓ। ਐਕਚੁਅਲੀ ਤੁਹਾਨੂੰ ਨੇ ਬੋਟ ਕਿਰਾਏ ਤੇ ਮਿਲਣਗੀਆਂ ਤੇ ਫਿਰ ਤੁਸੀਂ ਜਿੱਧਰ ਨੂੰ ਮਰਜ਼ੀ ਜਾ ਕੇ ਘੁੰਮ ਸਕਦੇ ਹੋ ਕੁਝ ਸਮੇਂ ਲਈ। ਇਹ ਮਹਾਤਮਾ ਬੁੱਧ ਨੇ, ਇਹਨਾਂ ਦੀ ਫੋਟੋ ਲਾਈ ਹੋਈ ਹੈ। ਇਹ ਤੁਸੀਂ ਦੇਖ ਸਕਦੇ ਹੋ। ਇੱਧਰ ਜਿਹੜੇ ਬੱਚੇ ਨੇ ਉਹ ਪੜ੍ਹਦੇ ਪਏ ਨੇ। ਇਹ ਸਾਰੀਆਂ ਮੂਰਤੀਆਂ ਨੇ ਤੇ ਜਿਹੜੇ ਬੱਚੇ ਆਪਣਾ ਪੂਰਾ ਇੰਜੋਏ ਲੈਂਦੇ ਹੋਏ। ਚਲੋ ਵਾਪਸ ਆ ਜਾਓ, ਇੱਧਰ ਨਹੀਂ ਜਾ ਸਕਦੇ। ਆ ਤੁਸੀਂ ਦੇਖ ਸਕਦੇ ਹੋ ਜਿਹੜੇ ਪੋਲ ਨੇ ਕਿਸ ਤਰੀਕੇ ਨਾਲ ਲੱਕੜ ਦੇ ਬਣਾਏ ਹੋਏ ਨੇ। ਜਦੋਂ ਆਪਣੇ ਘਰਾਂ ਦੇ ਵਿੱਚ ਜਾਣਾ ਤੇ ਇਸ ਪੁਲ ਦੇ ਥਰੂ ਜਾ ਸਕਦੇ ਨੇ। ਮੇਰੇ ਹਿਸਾਬ ਨਾਲ ਇੱਥੇ ਗੱਡੀ ਨਹੀਂ ਆਉਂਦੀ ਹੋਏਗੀ। ਜੋ ਕੁਝ ਵੀ ਇੱਥੇ ਹੁੰਦੀ ਸਮਾਨ ਬੋਟਾਂ ਨਾਲ ਹੀ ਹੁੰਦਾ ਹੈ। ਇੱਥੇ ਦੇਖੋ ਇਸ ਪਿੰਡ ਦੀ ਖਾਸੀਅਤ ਹੈ ਕਿ ਇੱਥੇ ਪਿੰਡ ਦੇ ਅੰਦਰ ਸੜਕ ਕੋਈ ਨਹੀਂ ਹੈਗੀ। ਤੁਸੀਂ ਪੈਦਲ ਜਾ ਸਕਦੇ ਹੋ ਤੇ ਜਾਂ ਪਾਣੀ ਰਾਹੀਂ ਆ ਸਕਦੇ ਹੋ। ਜਿਹੜਾ ਗੱਡੀ ਦਾ ਸਿਸਟਮ ਹੈ ਉਹ ਬਿਲਕੁਲ ਨਹੀਂ ਹੈਗਾ।
ਉਹ ਨਹੀਂ ਆ ਸਕਦੀ। ਜੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਸਮਾਨ ਵੀ ਲੈ ਕੇ ਆਉਣਾ ਉਹ ਜਾਂ ਤਾਂ ਮਾਧਿਅਮ ਬੋਟ ਹੈ ਅਤੇ ਜਾਂ ਮਾਧਿਅਮ ਬੋਟ ਹੈ ਅਤੇ ਜਾਂ ਫਿਰ ਮੇਰੇ ਹਿਸਾਬ ਦੇ ਨਾਲ ਜਿਹੜਾ ਮਾਧਿਅਮ ਹੈ ਉਹ ਪੈਦਲ ਹੈ ਅਤੇ ਛੋਟੇ ਛੋਟੇ ਰਸਤੇ ਬਣੇ ਨੇ ਅਤੇ ਜਿੱਥੇ ਤੁਰ ਕੇ ਜਾ ਸਕਦੇ। ਗਲੀਆਂ ਨਹੀਂ ਜਿੱਦਾਂ ਹੁੰਦੀਆਂ ਛੋਟੀ ਛੋਟੀਆਂ ਅਤੇ ਉਸ ਦੇ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਘਰ ਨੇ ਜਿਹੜੇ ਬਹੁਤ ਖੂਬਸੂਰਤ ਘਰ ਨੇ ਅਤੇ ਸਵੇਰ ਦਾ ਵਿਊ ਬਹੁਤ ਅੱਛਾ ਹੁੰਦਾ ਹੈਗਾ। ਇਹੀ ਖਾਸੀਅਤ ਹੈ ਇਸ ਪਿੰਡ ਦੀ ਕਿ ਇੱਥੇ ਇੱਥੇ ਸੜਕ ਕੋਈ ਨਹੀਂ ਹੈਗੀ। ਜੋ ਵੀ ਆਵਾਜਾਈ ਹੈ ਜੋ ਵੀ ਹੈਗਾ ਸਭ ਪਾਣੀ ਦਾ ਹੀ ਜਾਂ ਤੋਂ ਪੈਦਲ ਹੈ। ਜਿਹੜੇ ਘਰ ਨੇ ਬਹੁਤ ਖੂਬਸੂਰਤ ਬਣੇ ਹੋਏ ਨੇ। ਜਿਹੜਾ ਕਿੱਥੇ ਦਾ ਵਿਊ ਹੈ ਉਹ ਬਹੁਤ ਵਧੀਆ, ਕੋਈ ਖਾਸ ਠੰਡ ਨਹੀਂ ਹੈਗੀ ਤੇ ਮੌਸਮ ਵੀ ਚਲੋ ਹਵਾ ਮੱਠੀ ਮੱਠੀ ਚੱਲ ਰਹੀ ਹੈ। ਠੰਡ ਪਰ ਬਿਲਕੁਲ ਨਹੀਂ ਹੈਗੀ, ਨੋਰਮਲ ਜੈਕਟ ਪਾਈ ਹੈ ਤੇ ਬੱਚੇ ਪੂਰਾ ਇੰਜੋਏ ਕਰ ਰਹੇ ਨੇ। ਤੇ ਇੱਥੇ ਆਣ ਕੇ ਮੈਨੂੰ ਇੱਕ ਨਵਾਂ ਐਕਸਪੀਰੀਅੰਸ ਮਿਲਿਆ ਕਿ ਇਸ ਤਰੀਕੇ ਨਾਲ ਵੀ ਚਲੋ ਕੁਝ ਘਰ ਵੇਖਣ ਨੂੰ ਵਧੀਆ ਮਿਲੇ ਨੇ। ਕੁਛ ਇਹਨਾਂ ਨੇ ਦੇਖਿਆ ਇਹਨਾਂ ਨੇ ਬਣਾਏ ਕਿੱਦਾਂ ਨੇ, ਸਾਫ਼ ਸਫਾਈ ਕਿੱਦਾਂ ਰੱਖੀ ਹੈ, ਅਸੀਂ ਕਿਸ ਥਾਂ 'ਤੇ ਲੈਵਲ ਅਸੀਂ ਕੀ ਕਰਨੇ ਆ, ਇਹਨਾਂ ਵਿੱਚ ਤੇ ਸਾਡੇ ਵਿੱਚ ਘਰ ਕੀ ਅੰਤਰ ਹੈ, ਇਹਨਾਂ ਦੀ ਸੋਚ ਕੀ ਹੈ। ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੋ ਤੁਸੀਂ ਨਵੀਂ ਥਾਂ 'ਤੇ ਜਾਂਦੇ ਹੋ ਤੁਹਾਡੇ ਮਨ ਵਿੱਚ ਬੜੇ ਆਈਡੀਆ ਆਉਂਦੇ ਨੇ, ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੀਆਂ ਚੰਗੀਆਂ ਚੀਜ਼ਾਂ ਆਉਂਦੀਆਂ ਨੇ, ਪੋਜ਼ੀਟਿਵ ਵਿਊਜ਼ ਆਉਂਦੇ ਨੇ। ਤੁਸੀਂ ਇਸ ਚੀਜ਼ ਨੂੰ ਤੁਸੀਂ ਅੱਗੇ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਹੈ ਜਾਂ ਕਿਸ ਤਰੀਕੇ ਨਾਲ ਕਰਨਾ, ਤੁਹਾਨੂੰ ਉਹਦੇ ਬਾਰੇ ਥੋੜ੍ਹਾ ਜਿਹਾ ਸੋਚਣ ਵਿਚਾਰ ਨੂੰ ਤੁਸੀਂ ਹੁੰਦੇ ਹੋ। ਕਿਉਂਕਿ ਤੁਸੀਂ ਤਾਂ ਕੁਛ ਨਵਾਂ ਤਦ ਹੀ ਕਰ ਸਕਦੇ ਹੋ ਜੇ ਤੁਸੀਂ ਆਪਣੇ ਮਾਹੌਲ 'ਚੋਂ ਬਾਹਰ ਨਿਕਲੋ। ਜਦੋਂ ਤੱਕ ਤੁਸੀਂ ਆਪਣੇ ਉਸੇ ਮਾਹੌਲ 'ਚੋਂ ਅਤੇ ਤੁਹਾਨੂੰ ਕੋਈ ਨਵੇਂ ਜਿਹੜੇ ਆਈਡੀਆਸ ਨੂੰ ਨਹੀਂ ਮਿਲਣਗੇ। ਅਤੇ ਇਸ ਕਰਕੇ ਇਹੋ ਜਿਹੇ ਥਾਵਾਂ 'ਤੇ ਆਉਣਾ ਕੋਈ ਖਾਸ ਕੋਈ ਨੁਕਸਾਨਦਾਇਕ ਨਹੀਂ ਹੁੰਦਾ ਹੈਗਾ, ਕਿਉਂਕਿ ਤੁਸੀਂ ਇਹਨਾਂ ਥਾਵਾਂ ਤੋਂ ਇੱਦਾਂ ਦੇ ਟੂਰਿਸਟ ਏਰੀਏ ਤੋਂ ਬੜੀਆਂ ਨਵੀਆਂ ਬੜੀਆਂ ਪੋਜ਼ੀਟਿਵ ਥਿੰਕਾਂ ਸੋਚ ਕੇ ਚੱਲਦੇ ਹੋ, ਲੈ ਕੇ ਆਉਂਦੇ ਹੋ। ਇਹ ਤੁਸੀਂ ਦੇਖੋ ਐਗਜ਼ਾਮਪਲ ਦੇ ਤੌਰ 'ਤੇ ਦੇਖੋ ਸਰਦੀ ਦਾ ਦਿਨ ਹੈ ਅਤੇ ਦੇਖੋ ਕਿੰਨੀ ਸਾਫ਼ ਸੁਥਰਾ ਘਰ ਦੇ ਵਿੱਚ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਹੈ। ਮੈਂ ਹਰ ਗਾਰਡਨ ਦੇ ਵਿੱਚ ਵੇਖਿਆ ਕਿ ਜਿਹੜਾ ਘਾਹ ਹੈ ਉਹ ਬਿਲਕੁਲ ਆਰਾਮ ਕੱਟਿਆ ਹੋਇਆ ਇਹਨਾਂ ਨੇ, ਸਾਫ਼ ਸੁਥਰਾ ਲੋਕੇਸ਼ਨ ਹੈ। ਹਵਾ ਬਹੁਤ ਮਤਲਬ ਚੱਲ ਰਹੀ, ਦਰਖਤਾਂ ਨਾਲ ਭਰਿਆ ਹੋਇਆ ਆਸੇ ਪਾਸੇ ਜਿੰਨੇ ਦਰਖਤ ਨੇ। ਦੇਖੋ ਤੁਸੀਂ ਹਰ ਘਰ ਦੇ ਵਿੱਚ ਜਿਹੜਾ ਦਰਖਤ ਹੈ, ਫਿਰ ਵੀ ਇੰਨਾ ਕੁਝ ਦਰਖਤ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜਾ ਆਪਣੇ ਜਿਹੜੇ ਲੋਕੇਸ਼ਨ ਹੈ, ਆਪਣਾ ਜਿਹੜਾ ਮਾਹੌਲ ਹੈ ਬਹੁਤ ਅੱਛਾ ਬਣਾ ਕੇ ਰੱਖਿਆ ਹੋਇਆ ਹੈ। ਇਹ ਪੁਰਾਣਾ ਘਰ ਲੱਗਾ ਮੈਨੂੰ ਤੇ ਇਸ ਕਰਕੇ ਮੈਂ ਇਹਦੀ ਫੋਟੋ ਜ਼ਰੂਰ ਲੈਣੀ ਚਾਹਾਂਗਾ। ਇਹ ਦੇਖੋ ਤੁਸੀਂ ਪੁਰਾਣੇ ਜ਼ਮਾਨੇ ਦੀਆਂ ਖਿੜਕੀਆਂ ਨੇ, ਇਹ ਦੇਖੋ ਪੁਰਾਣੇ ਛੋਟੀ ਛੋਟੀਆਂ ਇੱਟਾਂ ਨੇ
ਤੇ ਦੇਖੋ ਬਾਰੀਆਂ ਵੀ ਜਿਹੜੀਆਂ ਹੈਗੀਆਂ ਨੇ ਛੋਟੀ ਛੋਟੀਆਂ ਨੇ। ਇਹ ਘਰ ਦੀ ਜਿਹੜੀ ਇੰਟਰਸਟ ਹੈ ਮੇਰੇ ਹਿਸਾਬ ਨਾਲ, ਇਹ ਵੇਖੋ ਕੁੰਡਾ ਕਿਸ ਤਰੀਕੇ ਨਾਲ ਛੋਟੀ ਜਿਹੀ ਬਾਰੀ ਹੈ ਵੇਖਣ ਨੂੰ, ਤੇ ਆਸੇ ਪਾਸੇ ਦਾ ਜਿਹੜਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜਿਹੜੀ ਸਫਾਈ ਹੈ ਇਹ ਕਿੰਨੀ ਖੂਬਸੂਰਤ ਇਹਨਾਂ ਨੇ ਕੀਤੀ ਹੋਈ ਹੈ। ਮਤਲਬ ਕਿ ਜਿੱਥੇ ਤੱਕ ਮੇਰੇ ਏਰੀਆ ਕੋਈ ਖਾਸ ਉਚਾਈ 'ਚ ਵੀ ਨਹੀਂ ਹੈਗਾ। ਇਹ ਦੇਖੋ ਤੁਸੀਂ ਛੋਟੀ ਛੋਟੀਆਂ ਬਾਰੀਆਂ ਨੇ। ਕਾਫੀ ਦੇਖੋ ਤੁਸੀਂ ਮੇਰੀ ਵਾਈਫ ਨੇ ਮੈਨੂੰ ਹੁਣੇ ਕਿਹਾ ਕਿ ਇੱਧਰੋਂ ਜਾ ਕੇ ਮੈਂ ਸਨ ਦਾ ਵਿਊ ਲੈ ਕੇ ਆਵਾਂ, ਤੇ ਹੁਣ ਅਸੀਂ ਇੱਧਰ ਨੂੰ ਜਾ ਰਹੇ ਹਾਂ ਸਨ ਦਾ ਵਿਊ ਲੈ ਕੇ। ਕਿਉਂਕਿ ਤੁਮਨੇ ਕਹੀ ਹਮਨੇ ਮਾਨੀ, ਦੋਨੋਂ ਸੁਖਰ ਗਿਆਨੀ, ਇੱਕ ਨੇ ਕਹੀ ਦੂਜੀ ਮੰਨ ਲਈ, ਦੂਜੇ ਨੇ ਮੰਨ ਲਈ, ਤੇ ਦੋਵੇਂ ਸੁਖੀ। ਇਹ ਬੋਟਾਂ ਨੇ, ਇੱਥੋਂ ਤੁਸੀਂ ਬੋਟਾਂ ਕਿਰਾਏ 'ਤੇ ਲੈ ਕੇ ਜਾ ਸਕਦੇ ਹੋ। ਇਹ ਦੇਖੋ ਤੁਸੀਂ ਹੁਣ ਤੇ ਬੋਟਾਂ ਵਿੱਚ ਤੁਸੀਂ ਦੇਖੋ ਪਾਣੀ ਹੈ ਖੜਾ ਹੋਇਆ, ਪਰ ਜਦੋਂ ਮੇਰੇ ਹਿਸਾਬ ਨਾਲ ਸੀਜ਼ਨ ਹੋਏਗਾ ਤੇ ਫਿਰ ਸਾਰੀ ਸਾਫ ਸਫਾਈ ਕਰਕੇ ਇਹ ਬੋਟਾਂ ਨੂੰ ਤੋੜ ਦੇਵੋਗੇ। ਤੇ ਇਹ ਜਿਹੜਾ ਸਨ ਦਾ ਵਿਊ ਹੈ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਬਹੁਤ ਵਧੀਆ ਚੜੀ ਹੋਈ ਹੈ। ਸਾਰਾ ਇਹਦਾ ਸਾਰਾ ਹੋਲ ਐਂਡ ਪਾਣੀ ਦੇ ਨਾਲ ਘਿਰਿਆ ਹੋਇਆ, ਪਾਣੀ ਦੇ ਵਿੱਚ ਬਣਿਆ ਹੋਇਆ ਹੈ। ਇੱਥੇ ਤੁਹਾਨੂੰ ਇੰਨੇ ਕੁ ਸੁੰਦਰ ਨਦੀਆਂ ਮਿਲਣਗੇ ਕਿ ਤੁਸੀਂ ਸੋਚ ਨਹੀਂ ਸਕਦੇ ਹੈਗੇ। ਮੈਨੂੰ ਘੱਟੋ ਘੱਟ 20-21 ਸਾਲ ਹੋ ਗਏ ਨੇ ਰਹਿੰਦੇ ਨੂੰ, ਪਰ ਹੋਲੈਂਡ ਨੂੰ, ਯੂਰਪ ਦੇ ਦੇਸ਼ ਨੂੰ ਮੈਂ ਬੜੀ ਚੰਗੀ ਤਰ੍ਹਾਂ ਹੁਣ ਦੇਖਿਆ ਕੁਝ ਸਾਲਾਂ 'ਚ। ਤੁਸੀਂ ਦੇਖ ਸਕਦੇ ਹੋ ਕਿ ਵਿਊ ਸਨ ਦਾ ਵਿਊ ਬਹੁਤ ਵਧੀਆ ਆ ਰਿਹਾ। Hello guys, ਕੰਡੇ ਚੁੱਭਣ ਵਾਲੀ ਚੀਜ਼ ਨੂੰ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਏ ਉਹ ਕੱਟ ਕੇ ਪੂਰੇ ਦਾ ਪੂਰਾ ਜਿਹੜਾ ਹੈਗਾ ਬਣਾਇਆ ਹੋਇਆ। ਦੇਖੋ ਤੁਸੀਂ ਚੰਗੀ ਤਰ੍ਹਾਂ ਦੇਖੋ ਕਿ ਇਹ ਸਾਰੇ ਦਾ ਸਾਰਾ ਇਹਨਾਂ ਨੇ ਜਿਹੜਾ ਐਕਸਟਰਾ ਇਸ ਚੀਜ਼ ਦੇ ਬੂਟੇ ਲਾਏ ਹੋਏ ਨੇ। ਦੇਖੋ ਇਹ ਸਾਰੇ ਦੇ ਸਾਰੇ ਬੂਟੇ ਉਹ ਨੇ ਜਿੰਡੇਦਾਰ ਜਿਹੜਾ ਬੂਟਾ ਸਾਡੇ ਪਿੰਡਾਂ 'ਚ ਵੀ ਹੁੰਦੇ ਹੋਣਗੇ। ਦੇਖੋ ਇਹਦੀ ਕਟਾਈ ਕਿੰਨੀ ਸੋਹਣੀ ਹੈ। ਲੋ ਜੀ ਹੁਣ ਅਸੀਂ ਘਰ ਨੂੰ ਚੱਲੇ ਆ। ਜਿਹੜਾ ਸਾਡਾ ਘਰ ਏ ਇੱਥੇ ਤੁਸੀਂ ਵੇਖ ਲਓ ਕਿ 2 ਘੰਟੇ ਤੇ 30 ਮਿੰਟ ਸਾਨੂੰ ਲੱਗਣੇ ਨੇ। 250 ਕਿਲੋਮੀਟਰ ਦੂਰੀ ਤੇ ਵੇ 7:11 ਤੇ ਅਸੀਂ ਘਰੇ ਪਹੁੰਚ ਜਾਣਾ। ਬੱਚੇ ਨਾਲ ਸੀ ਤੇ ਮੈਂ ਕਿਹਾ ਕਿਉਂ ਨਾ ਟਾਈਮ ਨਾਲ ਘਰੇ ਚੱਲੀ, ਜਾ ਕੇ ਆਰਾਮ ਕਰਾਂਗੇ, ਸਵੇਰੇ ਕੰਮ ਤੇ ਵੀ ਜਾਣਾ। ਤੇ ਇਸ ਕਰਕੇ ਹੁਣ ਜਿਹੜਾ ਇੱਥੇ ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਸਾਰਾ ਇੰਜੋਏ ਸੀ, ਬਹੁਤ ਸਾਰਾ ਦੇਖਣ ਯੋਗ ਸੀ। ਸਾਰਾ ਕੁਝ ਇਹ ਨਹੀਂ ਦਿਖਾ ਸਕਦੇ ਤੇ ਫਿਰ ਵੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਤੁਹਾਨੂੰ ਵੀਡੀਓ ਵਿੱਚ ਦਿਖਾਉਣ ਲਈ। ਤੇ ਦੇਖੋ ਸ਼ਾਮ ਦਾ ਵੇਲਾ ਹੈ, ਕਿੰਨਾ ਸੋਹਣਾ ਜਿਹੜਾ ਇਹ ਸੂਰਜ ਡੁੱਬ ਰਿਹਾ, ਬੱਦਲਾਂ ਦੇ ਵਿੱਚੋਂ ਕਿੰਨਾ ਸੋਹਣਾ ਵਿਊ ਨਜ਼ਰ ਆ ਰਿਹਾ। ਤੇ ਹੁਣ ਅਸੀਂ ਜਿਹੜੀਆਂ ਨੇ ਬਰੋਚਨਾ ਖਾਣ ਲੱਗੇ ਹਾਂ। ਇਹ ਜਿਹੜੀਆਂ ਬਰੋਚਨਾ ਕੱਟੀਆਂ ਜਾ ਰਹੀਆਂ ਬੱਚਿਆਂ ਲਈ।
ਤੁਸੀਂ ਵੇਖਦੇ ਹੋਵੋਗੇ ਪਾਣੀ ਕਿੱਦਾਂ ਜਿਹੜਾ ਹੈਗਾ ਏ ਛਾਲਾਂ ਮਾਰ ਰਿਹਾ ਤੇ ਇਸ ਚੀਜ਼ ਦਾ ਇੰਜੋਏ ਜਿਹੜਾ ਹੈਗਾ ਏ ਕੀ ਬਿਆਨ ਕਰੀਏ ਕਿ ਬਹੁਤ ਹੀ ਵਧੀਆ ਲੱਗ ਰਿਹਾ ਜਿਹੜਾ ਪਾਣੀ ਹੈ ਪੂਰਾ ਬਹੁਤ ਸੁੰਦਰ ਹੈ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਕਿਹਾ ਚੀਜ਼ ਦਾ ਨਾ ਮਜ਼ਾ ਹੀ ਕੁਛ ਹੋਰ ਹੈ 2 ਮਿੰਟ ਇਹਦੇ ਕੋਲ ਬੈਠੋ ਤੇ ਇਦਾਂ ਲੱਗਦਾ ਕਿ ਜਿੱਦਾਂ ਪਤਾ ਨਹੀਂ ਕੀ ਹੈ ਸੂਰਜ ਡੁੱਬਦਾ ਪਿਆ